ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੈਲਕਮ ਕਰਦੇ ਹਾਂ ਟਰੱਕਿੰਗ ਟੂਡੇ ਟੀਵੀ ਤੇ ਨਾਲ ਵਿਰਾਸਤ ਰੇਡੀਓ, ਵਿਰਾਸਤ ਟੀਵੀ ਵੱਖ-ਵੱਖ ਪਲੇਟਫਾਰਮ ਤੇ ਚੱਲਦੇ ਹਨ। ਸਵੇਰ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ 770 AM ਡਾਲ ਤੇ ਪ੍ਰੋਗਰਾਮ ਹੁੰਦਾ ਤੇ 7 ਵਜੇ ਤੋਂ ਲੈ ਕੇ 9 ਵਜੇ ਤੱਕ CKMS 102.7 FM ਤੇ ਕਿਚਨਰ ਵਾਟਰ ਏਰੀਆ ਵਿੱਚ ਪ੍ਰੋਗਰਾਮ ਚੱਲਦਾ। ਗੱਡੀ ਵਿੱਚ ਬੈਠ ਕੇ FM ਤੇ ਸੁਣ ਸਕਦੇ ਹੋ ਤੇ 24 ਘੰਟੇ 7 ਦਿਨ ਤੁਸੀਂ ਦੇਖਣਾ ਹੋਵੇ, ਸੁਣਨਾ ਹੋਵੇ, ਸਾਡੀ ਐਪ ਹੈਗੀ ਆ ਟਰੱਕਿੰਗ ਟੂਡੇ ਟੀਵੀ ਦੀ ਐਪ ਡਾਊਨਲੋਡ ਕਰਕੇ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। ਆਫਿਸ ਵਿੱਚ ਬੈਠੇ ਹੋ, ਆਫਿਸ ਵਿੱਚ ਬੈਠ ਕੇ ਤੁਸੀਂ ਪ੍ਰੋਗਰਾਮ ਬਰਾਊਜ਼ਰ 'ਤੇ ਪਾ ਦਿਓ truckingtoday.ca ਤੇ ਪ੍ਰੋਗਰਾਮ ਦੇਖ ਸਕਦੇ ਹੋ। ਆਫਿਸ ਵਿੱਚ ਬੈਠ ਕੇ ਤੇ ਸੁਣ ਵੀ ਸਕਦੇ ਹੋ। ਸਟੂਡੀਓ ਵਿੱਚ ਬਹੁਤ ਸਾਰੇ ਗੈਸਟ ਪਹੁੰਚਦੇ ਹਨ, ਸਾਰੇ ਮਿੱਤਰ ਦੋਸਤ ਪਹੁੰਚਦੇ ਹਨ। ਤੁਸੀਂ ਵੀ ਕੋਈ ਜਾਣਕਾਰੀ ਰੱਖਦੇ ਹੋ, ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਕਿਸੇ ਨਾ ਕਿਸੇ ਦਾ ਫਾਇਦਾ ਹੋ ਸਕੇ। ਰੀਅਲ ਸਟੇਟ ਵਿੱਚ ਅਸੀਂ ਲੱਖਾਂ ਦੇ ਕਮਾ ਵੀ ਸਕਦੇ ਹਾਂ ਅਤੇ ਲੱਖਾਂ ਦੇ ਲੂਜ਼ ਵੀ ਕਰ ਸਕਦੇ ਹਾਂ। ਨੌਲੇਜ ਰੱਖਣੀ ਬੜੀ ਜ਼ਰੂਰੀ ਹੁੰਦੀ ਆ। ਇੱਕ ਐਸੀ ਟ੍ਰਾਂਜੈਕਸ਼ਨ ਹੈ ਜਿਹੜੀ ਸਾਰੀ ਉਮਰ ਭਰ ਬੰਦਾ ਨਾ ਆਪਣੇ ਰਾਤ ਦਿਨ ਮਿਹਨਤ ਕਰਦਾ ਰਹਿੰਦਾ। ਅੱਜ ਪੇ ਆਫ ਹੋਊਗੀ, ਕੱਲ੍ਹ ਨੂੰ ਹੋਊਗੀ, ਪਰਸਨ ਹੋਊਗੀ, ਪਰ ਜਦੋਂ ਆਪਾਂ ਲੈਂਦੇ ਹਾਂ ਅਤੇ ਜਦੋਂ ਆਪਾਂ ਵੇਚਦੇ ਹਾਂ ਆਪਾਂ ਉਦੋਂ ਇਹ ਨਹੀਂ ਦੇਖਦੇ ਵੀ ਕੌਣ ਸਾਨੂੰ ਵੇਚਣ ਲੱਗਾ ਅਤੇ ਕੌਣ ਸਾਡੇ ਵਾਸਤੇ ਖਰੀਦਣ ਲੱਗਾ ਆ। ਫੁੱਲ ਟਾਈਮ ਆ, ਪਾਰਟ ਟਾਈਮ ਆ, ਟੀਮ 'ਤੇ ਕੰਮ ਕਰਦਾ ਕਿ ਜਾਂ ਇਹੀ ਸੋਚਦਾ ਵੀ ਛੇਤੀ ਘਰ ਵਿੱਚ ਆ, ਸਵੇਰ ਨੂੰ ਮੈਂ ਕੰਮ 'ਤੇ ਵੀ ਜਾਣਾ, ਪਰ ਇਹ ਨਹੀਂ ਸੋਚਦਾ ਵੀ ਇਹਦੇ ਉੱਪਰ ਹੋਰ ਪੈਸਾ ਵੀ ਮਿਲ ਸਕਦਾ, ਇੱਕ ਹੋਰ ਆਫਰ ਹੋਰ ਆ ਜਾਵੇ। ਸੋ ਰੀਅਲ ਸੇ ਟ੍ਰਾਂਜੈਕਸ਼ਨ ਕਿੱਦਾਂ ਹੁੰਦੀਆਂ, ਕਿੱਦਾਂ ਪੈਸਾ ਵੱਧ ਬਣਦਾ, ਕਿੱਦਾਂ ਪੈਸਾ ਬਚਾ ਸਕਦੇ ਹੋ। ਸੋ ਜਿੱਥੇ ਪੈਸਾ ਤੁਹਾਨੂੰ ਇਹ ਬਣਾ ਕੇ ਵੀ ਦਿੰਦੇ ਆ ਉੱਥੇ ਬਚਾ ਕੇ ਵੀ ਦਿੰਦੇ ਹਨ। ਘਰ ਕਿੱਦਾਂ ਵੇਚਣਾ, ਕਿੱਦਾਂ ਖਰੀਦਣਾ, ਸੇ ਨੌਲੇਜ ਰੱਖਣੀ ਬੜੀ ਜ਼ਰੂਰੀ ਹੁੰਦੀ ਹੈ। ਕਈ ਵਾਰੀ ਬੰਦਾ ਸੋਚਦਾ ਯਾਰ ਰੀਅਲ ਸਟੇਟ ਦੀ ਗੱਲਬਾਤ ਫੇਰ ਕਰਨ ਲੱਗੇ ਆ। ਤੁਸੀਂ 24 ਘੰਟੇ 7 ਦਿਨ ਆਪਣੇ ਘਰ ਵਾਸਤੇ ਕੰਮ ਕਰਦੇ, ਰੀਅਲ ਸਟੇਟ ਵਾਸਤੇ ਕੰਮ ਕਰਦੇ। ਜੇ ਪੈਸਾ ਬਚ ਜਾਊਗਾ ਅਸੀਂ ਤੁਹਾਡਾ ਬਚਾਉਣਾ ਚਾਹੁੰਦੇ ਹਾਂ। ਸਾਡੇ ਸਟੂਡੀਓ ਵਿੱਚ ਰੀਅਲ ਸਟੇਟ ਬ੍ਰੋਕਰ ਹਰਪ੍ਰੀਤ ਢਿੱਲੋਂ ਸਾਹਿਬ ਪਹੁੰਚੇ ਹੋਏ ਹਨ। ਰੀਮੈਕਸ ਨਾਲ ਕੰਮ ਕਰਦੇ, ਰੀਮੈਕਸ ਰਿਐਲਿਟੀ ਸਰਵਿਸ ਨਾਲ ਕੰਮ ਕਰਦੇ ਆ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੈਨੂੰ ਆਪਣੇ ਸਟੂਡੀਓ 'ਚ ਬੁਲਾਇਆ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ ਤੇ ਅਦਾ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬੜੀ ਖੁਸ਼ੀ ਹੁੰਦੀ ਹੈ, ਬੜੀ ਐਨਰਜੀ ਰੱਖਦੇ ਹਨ ਜਦੋਂ ਪਾਠ ਕਰਕੇ, ਕਸਰਤ ਕਰਕੇ ਸਟੂਡੀਓ ਵਿੱਚ ਪਹੁੰਚਦੇ। ਕਹਿੰਦੇ ਦੂਸਰੇ ਨੂੰ ਵੀ ਪੋਜ਼ਿਟਿਵ ਐਨਰਜੀ ਦੇਣੀ ਚਾਹੀਦੀ ਆ। ਸੋ ਅੱਖਰ ਮੈਂ ਇੱਕ ਹੋਰ ਸਿੱਖਿਆ ਵੀ ਤੁਸੀਂ ਪੋਜ਼ਿਟਿਵ ਰਹਿੰਦੇ ਹੋ ਅਤੇ ਜਦੋਂ ਕਿਸੇ ਨਾਲ ਹੱਥ ਮਿਲਾਉਂਦੇ ਇੱਕ ਪੋਜ਼ਿਟਿਵ ਐਨਰਜੀ ਹੋਰ ਜੁੜ ਜਾਂਦੀ ਹੈਗੀ ਆ। ਰੋਜ਼ ਆਪਣਾ ਕੁਝ ਨਾ ਕੁਝ ਸਿੱਖਦੇ ਹੈਗੇ ਆ। ਸਿੱਖ ਦਾ ਮਤਲਬ ਇਹੀ ਆ ਕੁਝ ਨਾ ਕੁਝ ਸਿੱਖਣਾ, ਅਤੇ ਵਧੀਆ ਸਿੱਖਿਆ ਜਦੋਂ ਮਿਲਦੀ ਹੈ ਮੇਰਾ ਮਨ ਖੁਸ਼ ਹੋ ਜਾਂਦਾ। ਅਤੇ ਸਿੱਖਿਆ ਅੱਜ ਬਹੁਤ ਸਾਰੀ ਲਵਾਂਗੇ। ਰੀਅਲ ਸਟੇਟ ਦੀ ਗੱਲ ਕਰਾਂਗੇ। ਢਿੱਲੋਂ ਸਾਹਿਬ ਮਾਰਕੀਟ ਕਿਸ ਤਰ੍ਹਾਂ ਚੱਲ ਰਹੀ ਆ? ਮਾਰਕੀਟ ਬਹੁਤ ਵਧੀਆ ਚੱਲ ਰਹੀ ਹੈ ਜੀ। ਮਾਰਕੀਟ ਦੇ ਵਿੱਚ ਪ੍ਰਾਈਸ ਜਿਹੜੀ ਆ, ਪ੍ਰਾਈਸ ਤੇ ਹੇਠਾਂ ਨਹੀਂ ਆਈ, ਨਾ ਆਉਣੀ ਆ। ਜਿਹੜੇ ਲੋਕ ਥੋੜ੍ਹਾ ਜਿਹਾ ਰੁਕੇ ਹੋਏ ਆ ਕਿ ਸ਼ਾਇਦ ਪ੍ਰਾਈਸਾਂ ਗਿਰ ਜਾਣਗੀਆਂ ਤਾਂ ਘਰ ਬਾਏ ਕਰਾਂਗੇ, ਦੇ ਆਰ ਲੂਜ਼ਿੰਗ। ਮਾਰਕੀਟ ਐਵਰੀ ਡੇ ਅਪ ਜਾ ਰਹੀ ਹੈ। ਸੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਤੇ ਫੁੱਲ ਟਾਈਮ ਰੀਅਲ ਸਟੇਟ ਸੇਲਸ ਪਰਸਨ ਤੇ ਪਾਰਟ ਟਾਈਮ। ਜਿਹੜੇ ਪਾਰਟ ਟਾਈਮ ਆ ਬੈਸਟ ਆਫ ਲੱਕ, ਅਸੀਂ ਤੁਹਾਨੂੰ ਮਾੜਾ ਨਹੀਂ ਕਹਿੰਦੇ। ਇਹ ਕੰਮ ਕਰਨਾ ਇੰਨਾ ਸੌਖਾ ਨਹੀਂ, ਕਿਉਂਕਿ ਜਦੋਂ ਹੁਣ ਪਤਾ ਲੱਗ ਜਦੋਂ ਰਾਤ ਤੱਕ ਕਲੋਜ਼ਿੰਗਾਂ ਚੱਲਦੀਆਂ ਨਾ ਵੀ ਤੁਸੀਂ ਸਵੇਰ ਨੂੰ ਕੰਮ 'ਤੇ ਜਾਣਾ ਹੋਵੇ ਤਾਂ ਕਈ ਵਾਰ ਬੰਦਾ ਕਾਹਲੀ ਕਰ ਬੈਠਦਾ। ਸੋ ਕਾਹਲੀ ਨਾ ਕਰਿਆ ਕਰੋ। ਕਿਸੇ ਹੋਰ ਦਾ ਲੱਖਾਂ ਦਾ ਨੁਕਸਾਨ ਹੋ ਸਕਦਾ, ਕਿਸੇ ਦਾ ਲੱਖਾਂ ਦਾ ਫਾਇਦਾ ਹੋਣ ਵਿੱਚ ਨੁਕਸਾਨ ਹੋ ਸਕਦਾ। ਸੋ ਪਾਰਟ ਟਾਈਮ ਅਤੇ ਫੁੱਲ ਟਾਈਮ ਵਿੱਚ ਫਰਕ ਕੀ ਆ? ਪਾਰਟ ਟਾਈਮ ਦਾ ਇੱਦਾਂ ਜੀ, ਪਾਰਟ ਟਾਈਮ ਜਦੋਂ ਨਵਾਂ ਬੰਦਾ ਆਉਂਦਾ ਉਹ ਹਮੇਸ਼ਾ ਪਾਰਟ ਟਾਈਮ ਤੋਂ ਸ਼ੁਰੂ ਕਰਦਾ, ਪਰ ਪਾਰਟ ਟਾਈਮ ਨੂੰ ਲੰਮਾ ਨਹੀਂ ਖਿੱਚਣਾ ਚਾਹੀਦਾ। ਜਿਹੜਾ ਲਾਇਸੈਂਸ ਲੈਂਦੇ ਰੀਅਲ ਸਟੇਟ ਦਾ, ਦਿਸ ਇਜ਼ ਓਨਲੀ ਏ ਪੀਸ ਆਫ ਪੇਪਰ ਜੀ। ਤੁਸੀਂ ਫੀਲਡ 'ਚ ਆਓਗੇ, ਫੀਲਡ 'ਚ ਆਣ ਕੇ ਕੰਮ ਕਰੋਗੇ, ਸਿੱਖੋਗੇ, ਚੰਗੀ ਬ੍ਰੋਕਰੇਜ ਨੂੰ ਜੁਆਇਨ ਕਰੋਗੇ, ਸੀਨੀਅਰ ਬੰਦਿਆਂ ਕੋਲ ਸਿੱਖੋਗੇ, ਨੌਲੇਜ ਲਓਗੇ, ਤਾਂ ਹੀ ਤੁਹਾਨੂੰ ਪਤਾ ਚੱਲਣਾ ਹਾਊ ਟੂ ਡੂ ਦੀ ਰੀਅਲ ਸਟੇਟ। ਪਾਰਟ ਟਾਈਮ ਦੇ ਵਿੱਚ ਜੇ ਤੁਸੀਂ ਕੰਮ 'ਤੇ ਰਹੇ, ਕੰਮ ਤੋਂ ਆਣ ਕੇ ਥੱਕੇ ਸੌਂ ਗਏ, ਨੌਲੇਜ ਗ੍ਰਹਿਣ ਨਹੀਂ ਕੀਤੀ, ਜੇ ਕੋਈ ਤੁਹਾਡੇ ਕੋਲ ਡੀਲ ਆ ਗਈ, ਤੁਸੀਂ ਕਹਿ ਦੇਣਾ ਜੀ ਮੈਂ ਤੁਹਾਨੂੰ ਕੈਸ਼ਬੈਕ ਦੇ ਦੂੰਗਾ 10,000। ਜੇ 10,000 ਤੁਹਾਨੂੰ ਕਿਸੇ ਨੇ ਕੈਸ਼ਬੈਕ ਦੇ ਦਿੱਤਾ ਅਤੇ ਉੱਧਰੋਂ $1,00,000 $2,00,000 ਦਾ ਟੀਕਾ ਲਵਾਤਾ, ਉਹ ਤਾਂ ਲੂਜ਼ ਹੋ ਗਿਆ ਨਾ ਜੀ। ਜੀ ਤੋ ਇਸ ਕਰਕੇ ਜਿਹੜਾ ਪਾਰਟ ਟਾਈਮ ਆ, ਹਰੇਕ ਬੰਦਾ ਪਾਰਟ ਟਾਈਮ ਤੋਂ ਸਟਾਰਟ ਕਰਦਾ, ਪਰ ਪਾਰਟ ਟਾਈਮ ਦੇ ਵਿੱਚ ਸਿੱਖ ਕੇ ਆਉਣ, ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ। ਜੇ ਨਹੀਂ ਪਤਾ ਲੱਗਦਾ ਤਾਂ ਉਹ ਆਪਣੇ ਸੀਨੀਅਰ ਬੰਦੇ ਕੋਲ ਪੁੱਛ ਸਕਦੇ ਆ, ਰਾਈਟ। ਜਦੋਂ ਤੁਸੀਂ ਇਹ ਰੀਅਲ ਸਟੇਟ ਵਿੱਚ ਪੈਰ ਰੱਖਣਾ, ਪਹਿਲਾਂ ਤੁਹਾਨੂੰ ਆਪਣੇ ਘਰੋਂ ਪੈਸੇ ਲਾਉਣੇ ਹੀ ਪੈਣੇ ਆ ਜੀ। ਤੁਸੀਂ ਜੇ ਕੋਈ ਚੰਗਾ ਕੰਮ ਕਰ ਰਹੇ ਜੇ ਉਹਦੇ ਵਾਸਤੇ ਪਹਿਲਾਂ ਤੁਹਾਨੂੰ ਗਵਾਉਣਾ ਹੀ ਪੈਂਦਾ, ਰਾਈਟ। ਇਸ ਕਰਕੇ ਇਹ ਵੀ ਇੱਕ ਦੁਕਾਨ ਵਾਲਾ ਕੰਮ ਆ, ਆਫਿਸ ਵਾਲਾ ਕੰਮ। ਪਹਿਲਾਂ ਪੈਸੇ ਲਾਉਣੇ ਘਰੋਂ, ਬਾਅਦ ਦੇ ਵਿੱਚ ਕਮਾਈ ਆਉਣੀ। ਜੀ ਹਾਂ, ਸੋ ਦੱਸ ਕੇ ਗਏ ਹਨ ਵੀ ਸਿੱਖਣਾ ਬੜਾ ਜ਼ਰੂਰੀ ਹੁੰਦਾ ਆ। ਸੋ ਜਿਹੜੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਈ ਵਾਰੀ 12, 1, 2 ਵੀ ਵੱਜ ਜਾਂਦੇ ਰਾਤ ਦੇ। ਹਾਂਜੀ ਇੱਦਾਂ ਹੀ ਆ। ਜਿਵੇਂ ਰਾਤ ਮੈਂ ਤੁਹਾਡੇ ਨਾਲ ਗੱਲ ਹੋਈ, ਆਫਰ 'ਤੇ ਕੰਮ ਕਰ ਰਿਹਾ ਸੀ, ਆਲਮੋਸਟ 12 ਤੋਂ ਵੀ ਉੱਪਰ ਹੋ ਗਿਆ ਟਾਈਮ, ਤਦ ਜਾ ਕੇ ਫਿਨਿਸ਼ ਹੋਈ। ਹੁਣ ਜਿਹੜੇ ਬੰਦੇ ਨੇ ਸਵੇਰੇ 4 ਵਜੇ ਟਰੱਕ 'ਤੇ ਜਾਣਾ,
ਰਾਤ ਨੂੰ 12 ਵਜੇ ਤੱਕ ਡੀਲ ਚੱਲ ਰਹੀ ਆ, ਉਹ ਬੰਦਾ ਕਿਵੇਂ ਕਰੂਗਾ? ਉਹਦਾ ਦਿਮਾਗ ਦੂਜੇ ਪਾਸੇ ਘੁੰਮੀ ਜਾਣਾ, ਰਾਈਟ। ਉਹ ਫੋਕਸ ਨਹੀਂ ਕਰ ਸਕਦਾ, ਕੰਸਨਟਰੇਟ ਨਹੀਂ ਕਰ ਸਕਦਾ, ਆਪਣੀ ਜਿਹੜੀ ਫਿਡੂਸ਼ੀਅਰੀ ਡਿਊਟੀਜ਼ ਨਹੀਂ ਦੇ ਸਕਦਾ ਆਪਣੇ ਕਲਾਇੰਟ ਨੂੰ, ਰਾਈਟ। ਸੋ ਇਸ ਕਰਕੇ ਜਿਹੜਾ ਫੁੱਲ ਟਾਈਮ ਬ੍ਰੋਕਰ ਆ ਉਹਨੇ ਹਰ ਵਕਤ ਆਪਣੇ ਰੀਅਲ estate ਬਾਰੇ ਸੋਚਣਾ, ਆਪਣੇ ਕਲਾਇੰਟ ਬਾਰੇ ਸੋਚਣਾ, ਉਹਦੇ ਫਾਇਦੇ ਬਾਰੇ ਸੋਚਣਾ, ਰਾਈਟ। ਹੁਣ ਅਸੀਂ ਕੈਸ਼ਬੈਕ ਨਹੀਂ ਦਿੰਦੇ, ਅਸੀਂ ਆਪਣਾ ਫੁੱਲ ਕਮਿਸ਼ਨ ਲੈਂਦੇ ਆ, ਪਰ ਅਗਲੇ ਬੰਦੇ ਨੂੰ ਡਿਫਰੈਂਸ ਦੱਸੀਦਾ ਵੀ ਕਿੰਨਾ ਮੈਂ ਤੈਨੂੰ ਪੈਸੇ ਬਣਾ ਕੇ ਦਿੱਤੇ, ਜੇ ਮੈਂ ਇੰਨਾ ਕਮਿਸ਼ਨ ਲਿਆ ਤੈਨੂੰ ਇੰਨੇ ਪੈਸੇ ਬਣਾ ਕੇ ਦਿੱਤੇ। ਅਸੀਂ ਇੰਨਾ ਕੁ ਲੈਣਾ, ਅਗਲੇ ਬੰਦੇ ਦਾ ਇੰਨਾ ਫਾਇਦਾ ਕਰਨਾ। ਬੜੀ ਵਧੀਆ ਗੱਲ ਕੀਤੀ ਆ ਵੀ ਤੁਹਾਡਾ ਜਿਹੜਾ ਕੰਮ ਆ ਵਧੀਆ ਤਰੀਕੇ ਨਾਲ, ਕਿਉਂਕਿ ਜਦੋਂ ਇਹਦਾ ਪੇਪਰ ਵਰਕ ਦੇਖਿਆ ਜਾਵੇ ਨਾ, ਜਦੋਂ ਕਲੋਜ਼ਿੰਗ ਹੋਣੀ ਹੁੰਦੀ ਆ, ਆਹ ਮਿਸਿੰਗ ਆ, ਇੱਥੇ ਸਾਈਨ ਨਹੀਂ ਹੋਇਆ, ਆਹ ਨਹੀਂ ਹੋਇਆ, ਅਤੇ ਜਦੋਂ ਤੁਸੀਂ ਆਪਣੇ ਰੀਅਲ estate ਵਾਲੇ ਸੇਲਸ ਪਰਸਨ ਲੱਭਣਾ ਹੋਣਾ ਕੰਮ ਤੇ ਉਹ ਕੰਮ ਪੂਰੇ ਕਰਕੇ ਕੌਣ ਦੇਵੇਗਾ? ਕਈ ਵਾਰੀ ਇੱਕ ਦੇ ਪੇਪਰ ਲੈਣ ਵਾਸਤੇ ਬੰਦੇ ਨੂੰ 6-6 ਘੰਟੇ 8-8 ਘੰਟੇ ਆਪਣੀ ਈਮੇਲ ਮੋਰੇ ਫੈਕਸ ਮੋਰੇ ਵੇਟ ਕਰਨੀ ਪੈਂਦੀ, ਕਿਉਂਕਿ ਉਹਨਾਂ ਨੇ ਕਲੋਜ਼ਿੰਗ ਕਰਨੀ ਹੁੰਦੀ ਆ ਅਤੇ ਜਾਂ ਇੱਕ ਪ੍ਰੋਪਰਟੀ ਦੀ ਡੀਲ ਕਰਨੀ ਹੁੰਦੀ ਆ। ਸੋ ਫੁੱਲ ਟਾਈਮ ਤੇ ਰਹਿਣਾ ਬੜਾ ਜ਼ਰੂਰੀ ਆ। ਹਾਂਜੀ, ਕਿਉਂਕਿ ਜਿਹੜਾ ਰੀਅਲ estate ਦੇ ਵਿੱਚ ਵੀ ਤੁਸੀਂ ਫੁੱਲ ਟਾਈਮ ਤਾਂ ਹੀ ਜੇ ਫੁੱਲ ਟਾਈਮ ਰੀਅਲ estate ਹੀ ਕਰਦੇ ਆ ਜੀ। ਹੁਣ ਜੇ ਵੇਖਿਆ ਜਾਵੇ, ਕਈ ਲੋਕ ਮੌਰਗੇਜ ਦਾ ਵੀ ਕਰੀ ਜਾਂਦੇ ਆ, ਇੰਸ਼ੋਰੈਂਸ ਵੀ ਕਰੀ ਜਾਂਦੇ ਆ, ਟਾਇਰਾਂ ਦਾ ਵੀ ਸਾਡਾ ਹੋਈ ਜਾਵੇ ਜੀ, ਟਰੱਕ ਵੀ ਚੱਲੀ ਜਾਣ। ਇੱਕ ਬੰਦਾ ਕਿੰਨੇ ਕੰਮ ਕਰ ਸਕਦਾ ਜੀ? ਮੈਂ ਤਾਂ ਇਕੱਲਾ ਰੀਅਲ estate ਹੀ ਕਰ ਸਕਦਾ। ਰੀਅਲ estate ਜੇ ਮੈਂ ਮੌਰਗੇਜ ਕਰਨੀ ਸ਼ੁਰੂ ਕਰ ਦੂੰਗਾ, ਮੈਂ ਦੋਨੋਂ ਕੰਮ ਸਹੀ ਨਹੀਂ ਕਰ ਸਕਦਾ। ਸੋ ਇਸ ਕਰਕੇ ਜਿਹੜਾ ਵੀ ਕੰਮ ਕਰੋ ਉਹ ਫੁੱਲ ਟਾਈਮ ਹੀ ਹੋਣਾ ਚਾਹੀਦਾ। ਫੁੱਲ ਟਾਈਮ ਬੰਦਾ ਹੀ ਤੁਹਾਨੂੰ ਸਕਸੈਸ ਕਰ ਸਕਦਾ, ਤੁਹਾਡਾ ਫਾਇਦਾ ਕਰ ਸਕਦਾ, ਟੌਪ ਆਫ ਦੀ ਡਾਲਰ ਬਣਾ ਕੇ ਦੇ ਸਕਦਾ। ਜਿਹੜਾ ਪਾਰਟ ਟਾਈਮਰ ਬੰਦਾ ਹਮੇਸ਼ਾ ਲੂਜ਼ ਕਰੂਗਾ ਹੀ ਕਰੂਗਾ। ਹੁਣ ਮੈਂ ਕਈ ਵਾਰ ਤੁਹਾਨੂੰ ਤੰਬੜ ਸਾਹਿਬ ਐਗਜ਼ਾਮਪਲ ਦਿੰਦਾ ਜੀ। ਇੱਕ ਮੈਂ ਡੀਲ ਦੇਖੀ, ਬੰਦਿਆਂ ਨੇ ਘਰ ਲਾਇਆ ਸੀ 8:30 ਦਾ ਵੇਚਣਾ ਸੀ ਰਾਤ ਨੂੰ ਜੀ। 8:30 ਦੀ ਆਫਰ ਆ ਗਈ ਅਤੇ ਟਾਈਮ ਕੱਲ੍ਹ ਦਾ ਵੀ ਹੈਗਾ ਸੀ, ਨੈਕਸਟ ਡੇ ਦਾ। ਉਹ ਬੰਦੇ ਨੇ ਟਰੱਕ 'ਤੇ ਜਾਣਾ ਸੀ ਸਵੇਰੇ, ਉਹਨੂੰ ਡਰਾਈਵਰ ਨਹੀਂ ਮਿਲ ਰਿਹਾ। ਉਹਨੇ ਕਹਿ ਤਾ ਜੀ ਇਹ ਆਫਰ ਵਧੀਆ, ਗੁੱਡ ਆ, ਦਵਾ ਦਾ ਉਹਨੇ ਐਕਸੈਪਟ ਕਰਾਤੀ। ਅਗਲੇ ਦਿਨ 9 ਲੱਖ ਤੋਂ ਉੱਪਰ ਆਫਰ ਆ ਗਈ, 50,000 ਦਾ ਟੀਕਾ ਲੱਗ ਗਿਆ ਨਾ ਜੀ। ਇਸੇ ਪਾਰਟ ਟਾਈਮ। ਫਿਰ ਦੇਖੋ ਕਈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਾਰਟ ਟਾਈਮ ਨੂੰ, ਮੈਂ ਬੰਦੇ ਦੇਖੇ ਆ, ਜਿਵੇਂ ਦੋ ਬੰਦੇ ਟਰੱਕ ਚਲਾ ਰਹੇ ਆ, ਇੱਕ ਬੰਦਾ ਕਹਿੰਦਾ ਅੱਧਾ ਦਿਨ ਮੈਂ ਕੰਮ ਕਰੂੰਗਾ, ਅੱਧਾ ਦਿਨ ਤੂੰ ਕੰਮ ਕਰੀ। ਦੋਵਾਂ ਦੀ ਸ਼ੋਇੰਗ ਇਕੱਠੀ ਆ ਗਈ, ਕਿਹੜਾ ਜਾ ਕੇ ਆਪਣੀ ਸ਼ੋਇੰਗ ਕਰੂਗਾ ਉਸ ਟਾਈਮ 'ਤੇ? ਜੇ ਸ਼ੋਇੰਗ ਮਿਸ ਹੋ ਗਈ, ਘਰ ਮਿਸ ਹੋ ਗਿਆ, ਦੈਨ ਤੁਹਾਡਾ ਕਲਾਇੰਟ ਜਿਹੜਾ ਤੁਹਾਡੀ ਜਿਹੜੀ ਪ੍ਰਾਪਰਟੀ ਆ, ਉਹਦੀ ਇੰਟਰਸਟਡ ਪ੍ਰਾਪਰਟੀ ਉਹ ਲੂਜ਼ ਕਰ ਜਾਏਗਾ ਜੀ। ਸੋ ਢਿੱਲੋਂ ਸਾਹਿਬ ਕਹਿ ਰਹੇ ਹਨ ਕਿਸੇ ਨੇ ਸੇਵਾਵਾਂ ਪੇਸ਼ ਕਰਨੀਆਂ ਹੋ ਜਦੋਂ ਫੁੱਲ ਟਾਈਮ ਹੁੰਦੇ ਆ, ਉਹਦੇ ਉੱਪਰ ਫੋਕਸ ਕਰਕੇ ਤੁਹਾਡਾ ਘਰ, ਤੁਹਾਡੇ ਵਾਸਤੇ ਘਰ ਲੈ ਕੇ ਦੇ ਸਕਦੇ, ਤੁਹਾਡਾ ਘਰ ਵੇਚ ਸਕਦੇ ਆ। ਇਹ ਖਰੀਦਣਾ ਚਾਹੇ ਤੁਹਾਡੇ ਵਾਸਤੇ ਵਧੀਆ ਘਰ ਲੈ ਕੇ ਦੇ ਸਕਦੇ ਆ। ਸੋ ਜੇ ਕਿਸੇ ਨੇ ਘਰ ਖਰੀਦਣਾ ਹੋਵੇ ਤਾਂ ਕਿੱਧਰੋਂ ਸਟਾਰਟਅਪ ਹੁੰਦੀ ਆ? ਤੁਸੀਂ ਪਹਿਲਾਂ ਮੀਟਿੰਗ ਕਰਦੇ ਹੋ ਉਹਨਾਂ ਨਾਲ? ਜਿੰਨੇ ਘਰ ਖਰੀਦਣਾ, ਫਸਟ ਟਾਈਮ ਬਾਇਰ ਆ ਜਾਂ ਸੈਕੰਡ ਟਾਈਮ ਬਾਇਰ ਆ, ਰਾਈਟ, ਪਹਿਲਾਂ ਅਸੀਂ ਉਹਦੇ ਨਾਲ ਇੱਕ ਮੀਟਿੰਗ ਕਰਦੇ ਹਾਂ, ਜਾਂ ਅਸੀਂ ਉਹਨਾਂ ਨੂੰ ਆਫਿਸ ਬੁਲਾਉਂਦੇ ਹਾਂ, ਜਾਂ ਜਿੱਥੇ ਕਨਵੀਨੀਅੰਟ ਹੋਵੇ ਉਹਨਾਂ ਦੇ ਘਰ ਵੀ ਚਲੇ ਜਾਂਦੇ ਹਾਂ, ਰਾਈਟ। ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦਾ ਪੁੱਛਿਆ ਜਾਂਦਾ ਵੀ ਤੁਸੀਂ ਘਰ ਲੈਣਾ ਵਾ, ਵੇਚਣਾ ਵਾ, ਜਾਂ ਮੋਹਰੇ ਖਰੀਦਣਾ। ਜੇ ਸਪੋਜ਼ ਟੂ ਵੀ ਫਸਟ ਟਾਈਮ ਬਾਇਰ ਆ, ਉਹਦਾ ਮੈਂ ਉਹਨੂੰ ਪੁੱਛਣਾ ਵਾ ਵੀ ਉਹਦਾ ਕ੍ਰੈਡਿਟ ਹਿਸਟਰੀ ਕੀ ਹੈ, ਉਹਦੀ ਇਨਕਮ ਕੀ ਹੈ। ਆਲਮੋਸਟ 80% ਅਸੀਂ ਮੌਰਗੇਜ ਦਾ ਐਨਾਲਿਸਿਸ ਉਹਦੇ ਘਰ ਹੀ ਕਰ ਦੇਣਾ ਜੀ। ਫਿਰ ਉਸ ਤੋਂ ਬਾਅਦ ਮੈਂ ਰਿਕਮੈਂਡ ਕਰੂੰਗਾ ਆਪਣੇ ਮੌਰਗੇਜ ਟਾਈਮ ਦੀ ਬ੍ਰੋਕਰ ਕੋਲ ਭੇਜੂੰਗਾ, ਉਹ ਉਹਨੂੰ ਸਰਟੀਫਾਈਡ ਕਰੂਗਾ, ਅਪਰੂਵਡ ਕਰੂਗਾ ਵੀ ਇੱਥੋਂ ਤੱਕ ਢਿੱਲੋਂ ਸਾਹਿਬ ਇਹਨਾਂ ਨੂੰ ਘਰ ਲੈ ਕੇ ਦਿਓ, ਇਸ ਤੋਂ ਵੱਧ ਘਰ ਨਾ ਲੈ ਕੇ ਦਿਓ। 20% ਡਾਊਨ ਪੇਮੈਂਟ ਚਾਹੀਦੀ। ਅਗਰ 20 ਤੋਂ ਘੱਟਦੀ ਹੈ ਉਹਦਾ ਵੀ ਅਸੀਂ ਅਰੇਂਜਮੈਂਟ ਕਰਕੇ ਦਿੰਦੇ ਹਾਂ। ਪਰ ਕਈ ਵਾਰੀ ਦੇਖਿਆ ਜਾਵੇ ਅੱਜ ਕੱਲ੍ਹ ਆਫਰਾਂ ਕਹਿੰਦੇ ਓਵਰ ਸੋਲਡ ਬਾਈ 150,000। ਦੇਖੋ ਤੰਬੜ ਸਾਹਿਬ, ਇਹ ਇੱਕ ਮਾਰਕੀਟ ਟ੍ਰੈਂਡ ਆ ਜੀ। ਸਪੋਜ਼ ਕਰੋ ਮੈਂ ਐਵੈਲੂਏਸ਼ਨ ਕਰਤੀ ਤੁਹਾਡੇ ਘਰ ਦੀ 14 ਲੱਖ ਦਾ, ਮੈਂ ਕਹਿਤਾ ਤੰਬੜ ਸਾਹਿਬ ਇਹ 14 ਦੇ ਪਲੱਸ ਮਾਈਨਸ ਵਿਕਣਾ ਅਕੋਰਡਿੰਗ ਟੂ ਦੀ ਮਾਰਕੀਟ, ਰਾਈਟ ਜੀ। ਉਹ ਸਪੋਜ਼ ਕਰੋ 1375 ਦਾ ਵਿਕ ਗਿਆ, ਤੁਸੀਂ ਕਹਿਣਾ 25,000 ਘੱਟ ਵਿਕ ਗਿਆ। ਜੇ ਮੈਂ ਉਹਨੂੰ ਘਰ ਨੂੰ 1199 ਤੇ ਲਾਉਂਗਾ, ਓਵਰ ਪ੍ਰਾਈਸ ਚੱਲ ਜੂਗਾ। ਆਪਾਂ ਵੇਖਣਾ ਵੀ ਉਹਦੀ ਐਗਜ਼ੈਕਟ ਪ੍ਰਾਈਸ ਕੀ ਆ, ਲੋ ਲਾ ਕੇ ਲੈ ਰਹੇ ਆ ਜਾਂ ਪ੍ਰੋਪਰ ਲਾ ਕੇ ਲੈ ਰਹੇ ਆ ਜਾਂ ਹਾਈ ਲਾ ਕੇ ਲੈ ਰਹੇ ਆ। ਇਟ ਡਿਪੈਂਡਸ ਔਨ ਦੀ ਬ੍ਰੋਕਰ, ਉਹ ਕਿਵੇਂ ਕੰਮ ਕਰਦੇ ਆ। ਸੋ ਜੇ ਕਿਸੇ ਨੇ ਇੱਕ ਪ੍ਰੋਪਰਟੀ ਲਈ ਹੋਈ ਹੈਗੀ ਆ, ਤੁਸੀਂ ਦੱਸ ਸਕਦੇ ਆ ਵੀ ਇਹਦੇ ਵਿੱਚ ਇਕੁਇਟੀ ਜਿਹੜੀ ਪਈ ਆ ਵੀ ਕੀ ਇੱਕ ਹੋਰ ਅਫੋਰਡ ਕਰ ਸਕਦੇ ਕਿ ਨਹੀਂ? ਹਾਂਜੀ, ਉਹਦੀ ਤੁਹਾਡੀ ਅਸੀਂ ਇਨਕਮ ਚੈੱਕ ਕਰਕੇ ਦੇਖਦੇ ਵੀ ਅਫੋਰਡੇਬਿਲਟੀ ਕੀ ਹੈਗੀ ਤੁਹਾਡੀ, ਕਿੰਨੀ ਮਾਰਗੇਜ ਚੱਕ ਸਕਦੇ ਆ। ਉਹਦੇ ਵਿੱਚੋਂ ਉਹਨੂੰ ਰੀਫਾਈਨੈਂਸ ਕਰ ਦਿੱਤਾ ਜਾਂਦਾ, ਉਹਦੇ ਚੋਂ ਇਕੁਇਟੀ ਚੱਕ ਕੇ ਉਹਨੂੰ ਇਨਵੈਸਟ ਕਰ ਦਿੱਤੀ ਜਾਂਦੀ ਹੈ। ਤੇ ਉਹਦੇ ਵਿੱਚੋਂ ਤੁਸੀਂ ਪੈਸੇ ਬਣਾ ਕੇ ਤੇ ਆਪਣਾ ਹੋਰ ਨੈਕਸਟ ਇਨਵੈਸਟਮੈਂਟ ਕਰ ਸਕਦੇ। ਢਿੱਲੋਂ ਸਾਹਿਬ ਇੱਕ ਬੜੀ ਮੁਸ਼ਕਿਲ ਆਉਂਦੀ ਆ, ਬੰਦਾ ਉਧਰੋਂ ਘਰ ਆਪਣਾ ਵੇਚ ਬੈਠਦਾ, ਦੂਸਰੇ ਪਾਸੇ ਕਲੋਜ਼ਿੰਗ ਨਹੀਂ ਹੁੰਦੀ, ਬ੍ਰਿਜ ਮੋਰਗੇਜ ਕਰਨੀ ਪੈ ਜਾਂਦੀ ਸੀ, ਬੰਦਾ ਫਿਕਰਾਂ 'ਚ ਪੈ ਜਾਂਦਾ ਹੈਗਾ। ਇੱਧਰ ਮੁਸ਼ਕਿਲ ਵਿੱਚ ਬੰਦਾ ਪੈਂਦਾ ਗੱਲ ਹੀ ਆ। ਦੇਖੋ ਜੀ, ਮੌਰਗੇਜ ਵਾਲੇ ਜਿਹੜੇ ਆ ਸਾਰੀਆਂ ਫਾਈਲਾਂ ਚੈੱਕ ਹੁੰਦੀਆਂ, ਰਾਈਟ। ਜਿਹੜੀ ਰੈਡ, ਜਿਹਨੂੰ ਗ੍ਰੀਨ ਸਿਗਨਲ ਉਹ ਚੱਲ ਗਈ, ਜਿਹੜੀ ਰੈੱਡ ਸਿਗਨਲ ਹੋ ਗਈ ਉਹਨਾਂ ਫਾਈਲ ਆਊਟ ਕਰ ਲਈ। ਜਿਹੜਾ ਪੇਪਰ ਵਰਕ ਆ ਪ੍ਰੋਪਰ ਨਹੀਂ ਹੈਗਾ
ਤੇ ਉਹ ਫਿਰ ਉਹਨੂੰ ਹੋਰ ਵੈਰੀਫਿਕੇਸ਼ਨ ਕਰਦੇ ਆ, ਮੋਰ ਵੈਰੀਫਿਕੇਸ਼ਨ। ਵੇਖੋ ਜੀ, ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ। ਇੱਕ ਦੀ ਇੰਨੀ ਵੈਰੀਫਿਕੇਸ਼ਨ ਕੀਤੀ ਕਿ ਲੇਡੀ ਸਕਾਰਬੋ ਕੰਮ ਕਰਦੀ ਸੀ ਜੀ, ਬੈਂਕ ਵਾਲੇ ਗੱਡੀ ਹਾਇਰ ਕਰਕੇ ਸਕਾਰਬੋ ਜਿੱਥੇ ਕੰਮ ਕਰਦੀ ਉੱਥੇ ਗਏ, ਜਿੱਥੇ ਉਹਨਾਂ ਓਨਰ ਸੀ ਉਹਨੂੰ ਮਿਲੇ, ਉਹਦੀ ਸਾਰੀ ਵੈਰੀਫਿਕੇਸ਼ਨ ਕੀਤੀ ਵੀ ਵਾਕਿਆ ਹੀ ਇੱਥੋਂ ਪੇਪਰ ਵਰਕ ਗਿਆ, ਫਿਰ ਉਹਨਾਂ ਜਾ ਕੇ ਉਹਦੀ ਮੌਰਗੇਜ ਰਿਲੀਜ਼ ਕੀਤੀ। ਸੋ ਇੱਥੇ ਤੱਕ ਬੈਂਕ ਵਾਲੇ ਪਹੁੰਚ ਸਕਦੇ ਨੇ, ਤੁਹਾਡੀ ਖੁਦ ਉੱਥੇ ਡਰਾਈਵ ਕਰਕੇ ਦੇਖ ਸਕਦੇ। ਬਿਲਕੁਲ ਬਿਲਕੁਲ ਪਹੁੰਚ ਸਕਦੇ। ਗਲਤ ਕੰਮ ਬਹੁਤ ਹੋਏ ਆ, ਗਲਤ ਕੰਮ ਹੋ ਰਹੇ ਆ, ਗੌਰਮੈਂਟ ਨੂੰ ਵੀ ਪਤਾ, ਬੈਂਕਾਂ ਨੂੰ ਵੀ ਪਤਾ। ਦੈਟਸ ਵਾਈ ਦੇ ਆਰ ਡੂਇੰਗ ਦੀ ਵੈਰੀਫਿਕੇਸ਼ਨ। ਕਿਆ ਬਾਤ ਆ। ਸੋ ਜਦੋਂ ਤੁਸੀਂ ਸਹੀ ਸਲਾਹ ਲੈ ਲੈਂਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਕਿੰਨੀ ਕੁ ਅਫੋਰਡੇਬਿਲਟੀ ਕਰ ਸਕਦੇ ਹੋ। ਪਰ ਜੇ ਤੁਸੀਂ ਸਹੀ ਸਲਾਹ ਨਹੀਂ ਲਈ, ਅਫੋਰਡ ਕਰ ਸਕਦੇ ਆ 1 ਮਿਲੀਅਨ ਦਾ ਅਤੇ ਘਰ ਲੈ ਲੈਂਦੇ 1.5 ਦਾ, ਅਤੇ ਜਦੋਂ ਮੁੜ ਕੇ ਪੇ ਆਫ ਨਹੀਂ ਹੋਣਾ, ਫਿਰ ਤੁਸੀਂ ਬਲੇਮ ਕਰਨਾ ਰੀਅਲ estate ਏਜੰਟ ਨੂੰ। ਸੋ ਜਿਹੜੇ ਖੁਦ ਦੱਸ ਕੇ ਗਏ ਆ, ਆਪਣੀ ਜਿਹੜੀ ਐਵੈਲੂਏਸ਼ਨ ਹੈ ਪਹਿਲਾਂ ਕਰ ਲਿਆ ਕਰੋ, ਕਿੱਥੇ ਤੱਕ ਆਪਾਂ ਅਫੋਰਡ ਕਰ ਸਕਦੇ, ਕੀ ਕੁਝ ਕਰ ਸਕਦੇ ਆ। ਵੱਡਾ ਅਫੋਰਡ ਕਰ ਸਕਦੇ, ਵੇਚ ਕੇ ਵੱਡਾ ਲੈ ਲਵੋ ਜਿਹੜੀ ਉਹ ਹੈਗੀ ਆ, ਪਰ ਉਨਾ ਕੁ ਲਵੋ ਜਿੰਨਾ ਕੁ ਤੁਸੀਂ ਅਫੋਰਡ ਕਰ ਸਕਦੇ। ਹੁਣ ਦੇਖੋ, ਜਿਹੜੇ ਛੋਟਾ ਘਰ ਆ, ਛੋਟੇ ਘਰ 'ਚ ਮੀਆਂ ਬੀਵੀ ਰਹਿ ਰਹੇ ਆ, ਬੱਚੇ ਵੱਡੇ ਹੋ ਗਏ, ਪਹਿਲਾਂ 2 ਚੈੱਕ ਆਉਂਦੇ ਸੀ, 4 ਹੋ ਗਏ, ਵਿਆਹੇ ਗਏ, 6 ਚੈੱਕ ਹੋ ਗਏ। ਜੇ ਉਹ ਆਪਣੇ ਛੋਟੇ ਘਰ ਤੋਂ ਵੱਡਾ ਘਰ ਕਰ ਲੈਣਗੇ, ਰਾਈਟ, ਦੈਟ ਇਜ਼ ਆਲਸੋ ਏ ਗੁੱਡ ਇਨਵੈਸਟਮੈਂਟ। ਕਈ ਕੀ ਕਰਦੇ ਆ, ਉਹ ਘਰ ਨੂੰ ਰੈਂਟ 'ਤੇ ਦੇਤਾ, ਮੋਰੇ ਵੱਡਾ ਘਰ ਲੈ ਲਿਆ, ਉਹਨਾਂ ਦੀ ਇਨਵੈਸਟਮੈਂਟ ਹੋ ਗਈ। ਦਿਸ ਇਜ਼ ਦੀ ਰਾਈਟ ਇਨਵੈਸਟਮੈਂਟ। ਜੀ ਹਾਂ। ਸੋ ਰੀਅਲ estate ਵਿੱਚ ਇਨਵੈਸਟਮੈਂਟ ਕਰਨੀ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ, ਤੁਸੀਂ ਖੁਦ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਆਪਣੇ ਵਾਸਤੇ ਖਰੀਦਣਾ ਚਾਹੁੰਦੇ ਹੋ, ਬੱਚਿਆਂ ਵਾਸਤੇ ਕੋਈ ਕੰਡੋਮੀਨੀਅਮ ਲੈ ਕੇ ਦੇਣਾ ਚਾਹੁੰਦੇ ਹੋ, ਸੋ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਹਰਪ੍ਰੀਤ ਢਿੱਲੋਂ ਸਾਹਿਬ। ਰੀਅਲ estate ਬ੍ਰੋਕਰ ਹਨ, ਰੀਮੈਕਸ ਰਿਐਲਿਟੀ ਸਰਵਿਸ ਨਾਲ ਕੰਮ ਕਰਦੇ ਆ, ਫੁੱਲ ਟਾਈਮ ਕੰਮ ਕਰਦੇ ਆ। ਕੋਈ ਵੀ ਜਾਣਕਾਰੀ ਲੈਣੀ ਹੋ, ਨੰਬਰ ਮੈਂ ਦੱਸ ਦਿੰਦਾ 4162686713। ਢਿੱਲੋਂ ਸਾਹਿਬ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ? ਇੱਕ ਉਹ ਆਪਾਂ ਸ਼ੁਰੂ ਤੋਂ ਗੱਲ ਕੀਤੀ ਪਾਰਟ ਟਾਈਮ ਤੇ ਫੁੱਲ ਟਾਈਮ, ਉਹਦੇ ਵਿੱਚ ਹੁਣ ਦੇਖੋ GTA ਦੇ ਵਿੱਚ ਆਲਮੋਸਟ 80,000 ਜਿਹੜੇ ਰੈਲਟਰ ਹੈਗੇ ਜੀ, ਜਿਹਦਾ ਕਿ 70% ਜਿਹੜਾ ਹਿੱਸਾ ਵਾ ਆਲਮੋਸਟ ਪਾਰਟ ਟਾਈਮ ਜਾਂ ਪਾਰਕਿੰਗ ਕੀਤੀ। 30 to 40% ਜਿਹੜੇ ਪੀਪਲ ਜਿਹੜੇ ਫੁੱਲ ਟਾਈਮ ਬ੍ਰੋਕਰ ਕੰਮ ਕਰ ਰਹੇ ਆ। ਇਹ ਤੁਸੀਂ ਸੋਚਣਾ, ਪਹਿਲਾਂ ਜਿਹੜਾ ਰੈਲਟਰ ਆ ਉਹਦੀ ਇੰਟਰਵਿਊ ਤੁਸੀਂ ਪਹਿਲਾਂ ਕਰੋ। ਮੈਂ ਤਾਂ ਕਹਿੰਦਾ 5 ਰੈਲਟਰ ਨੂੰ ਸੱਦੋ ਘਰ, 5 ਰੈਲਟਰਾਂ ਦੀ ਸਲਾਹ ਲਓ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਦੇ ਨਾਲ ਕੰਮ ਕਰੋ। ਇਕੱਠੇ ਹੋ ਕੇ ਤੇ ਖੇਲਰ ਕੇ ਹੋ ਕੇ ਬਾਹਰ ਹੋਣਾ ਆ ਜੇ, ਮੈਂ ਤਾਂ ਇਹੀ ਫਿਕਰ ਤਾਂ 5 ਇਕੱਠੇ ਸੱਦ ਲੈ। ਨਹੀਂ, ਇਕੱਠੇ ਸੱਦ ਲਓ, ਇਕੱਠੇ ਨਹੀਂ ਸੱਦਣੇ, ਵਾਰੀ ਸੱਦ ਲਓ। ਜੀ ਹਾਂ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਬੜੀ ਵਧੀਆ ਗੱਲ ਕਹੀ ਆ ਵੀ ਤੁਸੀਂ ਖੁਦ ਵੀ ਇੰਟਰਵਿਊ ਕਰ ਲਵੋ ਵੀ ਤੁਸੀਂ ਸਾਡੇ ਵਾਸਤੇ ਕੀ ਕੁਝ ਕਰ ਸਕਦੇ ਆ। ਫੁੱਲ ਟਾਈਮ ਕੰਮ ਕਰਦੇ ਆ, ਪਾਰਟ ਟਾਈਮ ਕਰਦੇ ਆ, ਐਜ਼ ਅ ਟੀਮ ਕੰਮ ਕਰਦੇ ਆ, ਕਿ ਤੁਸੀਂ ਵਾਂਸ ਇਨ ਅ ਬਲੂ ਮੂਨ ਹੀ ਸ਼ੋ ਅਪ ਕਰਦੇ ਆ। ਤੁਹਾਡਾ ਦਫ਼ਤਰ ਹੈਗਾ ਬਰੋਕਰੇਜ ਵਿੱਚ, ਜਾਂ ਤੁਸੀਂ ਕਿਸੇ ਕਾਫੀ ਸ਼ਾਪ 'ਤੇ ਬੈਠ ਕੇ ਹੀ ਮੀਟਿੰਗਾਂ ਕਰਦੇ ਹੋ, ਕਿਸ ਰਿਐਲਟਰ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਕਿਹੜਾ ਤੁਹਾਡੀ ਵੱਧ ਮਦਦ ਕਰ ਸਕਦਾ, ਜਾਣਕਾਰੀ ਤੁਸੀਂ ਖੁਦ ਆਪ ਲੈ ਲੈਣੀ ਆ। ਢਿੱਲੋਂ ਸਾਹਿਬ, ਅਖੀਰ ਵਿੱਚ ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਹੜਾ ਕੰਮ ਆ ਨਾ ਰੀਅਲ estate ਦਾ, ਇਹ ਸ਼ਾਰਟ ਟਰਮ ਕੰਮ ਨਹੀਂ ਹੈਗਾ। ਅਸੀਂ ਜਿਨ੍ਹਾਂ ਲੋਕਾਂ ਨਾਲ ਸ਼ੁਰੂ ਤੋਂ ਕੰਮ ਕੀਤਾ ਉਹੀ ਰਿਪੀਟ ਸਾਡੇ ਕੋਲ ਆ ਰਿਹਾ, ਰੈਫਰ ਆ ਰਿਹਾ। ਅਸੀਂ ਕੋਈ ਜ਼ਿਆਦਾ ਐਡਵਰਟਾਈਜ਼ਮੈਂਟ ਨਹੀਂ ਕਰਦੇ। ਮੈਂ ਤਾਂ ਪਹਿਲੀ ਵਾਰ ਤੁਹਾਡੀ TV 'ਤੇ ਆਇਆ, ਰਾਈਟ ਜੀ, ਉਹ ਵੀ ਆਪ ਤੁਸੀਂ ਸਟੇਸ਼ਨ ਖੋਲ੍ਹਿਆ, ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ, ਭਰਾ ਨੂੰ, ਤਾਂ ਆਏ ਅਸੀਂ। ਅਤੇ ਦੂਸਰੀ ਗੱਲ ਇਹ ਹੈ ਵੀ ਤੁਸੀਂ ਆਪ ਸੋਚਣਾ ਇਹਦੇ ਬਾਰੇ ਜੀ, ਆਪਣਾ ਰੀਅਲਟਰ ਪਿਕ ਕਰਨ ਬਾਰੇ ਆਪ ਹੀ ਸੋਚਣਾ ਪੈਣਾ ਤੁਹਾਨੂੰ। ਛਾ ਗਏ ਆ ਕੇ ਉਹਦਾ TV 'ਤੇ, ਲੋਕੀ ਕਹਿੰਦੇ ਤੁਹਾਡੀ TV ਦੇ ਐਡਵਰਟਾਈਜ਼ਮੈਂਟ ਦੇਖੀ ਸੀਗੀ। ਚਲੋ ਠੀਕ ਹੈ ਜੀ, ਲੋਕਾਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਮਿਲਿਆ, ਤੁਹਾਡਾ ਬਹੁਤ ਧੰਨਵਾਦ ਆ। ਅਤੇ ਇਹ ਰਲ ਮਿਲ ਕੇ ਕੰਮ ਹੁੰਦੇ ਹਨ। ਜਿੱਥੇ ਅਸੀਂ TV ਚੈਨਲ ਚਲਾਉਂਦੇ, ਉੱਥੇ ਖੁਦ ਰੀਅਲ estate ਦੀ ਸਰਵਿਸ ਕਰਦੇ ਆ, ਸੇਵਾਵਾਂ ਪੇਸ਼ ਕਰਦੇ ਹਨ। ਮਾਰਕੀਟ ਵਿੱਚ ਰਹਿਣਾ ਪੈਂਦਾ, ਐਡਵਰਟਾਈਜ਼ਮੈਂਟ ਵੀ ਕਰਨੀ ਪੈਂਦੀ ਆ। ਸੋ ਪਾਰਟ ਆਫ ਦੀ ਟੀਮ ਮੈਂਬਰ ਹੀ ਹਨ ਢਿੱਲੋਂ ਸਾਹਿਬ। ਸਿਰਫ ਐਡ ਨਹੀਂ ਦਿੰਦੇ, ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ, ਚਾਹੇ ਨਾਗਰਾ ਫਲ ਦਾ ਮੇਲਾ ਹੋਵੇ, ਉਹਨੂੰ ਵੀ ਸਪੋਰਟ ਕਰਦੇ। ਸੋ ਤੁਹਾਡਾ ਜਿਹੜਾ ਪੈਸਾ ਇਹਨਾਂ ਨੇ ਤੁਹਾਡੇ ਤੋਂ ਕਮਾਇਆ ਨਾ, ਕਮਿਊਨਿਟੀ ਵਿੱਚ ਵੀ ਲਾ ਦਿੰਦੇ ਆ। ਦੇਖੋ ਜੀ, ਤੁਸੀਂ ਘਰ ਵੇਚਿਆ ਜਾਂ ਤੁਸੀਂ ਘਰ ਲਿਆ ਇਹਨਾਂ ਕੋਲੋਂ, ਜਿਹਨਾਂ ਨੇ ਪੈਸਾ ਕਮਾਇਆ, ਫਰੀ ਵਿੱਚ ਮੇਲਾ ਕਿੱਦਾਂ ਦੇਖਣਾ ਪੈਣਾ, ਇਹਨਾਂ ਨੇ ਸਾਨੂੰ ਚੈੱਕ ਦੇਣਾ, ਅਸੀਂ ਤੁਹਾਡੇ ਵਾਸਤੇ ਮੇਲਾ ਫਰੀ ਵਿੱਚ ਦਿਖਾ ਦੇਣਾ। ਸੋ ਸਾਰੇ ਪਾਸੇ ਮਦਦ ਕਰਦੇ ਹਾਂ। ਢਿੱਲੋਂ ਸਾਹਿਬ ਜੀ, ਕੁਝ ਕਹਿਣਾ ਚਾਹੁੰਦੇ ਹੋ? ਇੱਕ ਦੂਸਰੀ ਗੱਲ ਮੈਂ ਹੋਰ ਐਡ ਕਰਨਾ ਚਾਹੁੰਦਾ, ਆਪਣੇ ਰੀਅਲ estate ਬ੍ਰੋਕਰ ਭਰਾਵਾਂ ਨੂੰ, ਰੀਅਲਟਰਾਂ ਨੂੰ ਸਲਾਹ ਦੇਣਾ ਚਾਹੁੰਦਾ ਵੀ ਜਿਹੜੀ ਰੀਅਲ estate ਹੈ ਲੌਂਗ ਟਰਮ ਬਿਜ਼ਨਸ ਆ ਜੀ। ਜੇ ਤੁਸੀਂ ਆਪਣੇ ਫਰਾਮ ਯੋਰ ਹਾਰਟ, ਦਿਲੋਂ ਕਰੋਗੇ, ਅਗਲੇ ਬੰਦੇ ਦਾ ਨੁਕਸਾਨ ਨਹੀਂ ਕਰੋਗੇ, ਚੰਗੇ ਤਰੀਕੇ ਨਾਲ ਕੰਮ ਕਰੋਗੇ, ਤੇ ਇਹ ਲੌਂਗ ਟਰਮ ਚੱਲੇਗਾ। ਸ਼ਾਰਟ ਟਰਮ ਤੁਸੀਂ ਸਾਲ ਕਰ ਲੋਗੇ, 2 ਸਾਲ ਕਰ ਲੋਗੇ, ਉਸ ਤੋਂ ਬਾਅਦ ਤੁਸੀਂ ਖਤਮ ਜੀ। ਦੂਸਰੀ ਗੱਲ ਇਹ ਵੀ, ਇਹ ਇੱਕ ਐਜ ਏ ਇਨਸਾਨੀਅਤ ਤੌਰ 'ਤੇ ਵੀ ਲੋਕਾਂ ਨੇ ਕਿੰਨੇ ਹੱਡ ਤੋੜ ਵੀ ਮਿਹਨਤ ਕਰਕੇ ਪੈਸੇ ਕਮਾਏ ਹੁੰਦੇ ਆ, ਉਹਨਾਂ ਪੈਸਿਆਂ ਦਾ ਜੇ ਉਹਨਾਂ ਨੂੰ ਫਾਇਦਾ ਨਹੀਂ ਹੋਇਆ, ਨੁਕਸਾਨ ਹੋ ਗਿਆ, ਤੇ ਵੇਖੋ ਐਜ ਏ ਇਨਸਾਨੀਅਤ ਤੌਰ 'ਤੇ ਵੀ ਬੜਾ ਵੱਡਾ
ਮਾੜੀ ਗੱਲ ਹੈ ਜੀ ਹਾਂ। ਢਿੱਲੋਂ ਸਾਹਿਬ ਸਰ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਇਹ ਸਨ ਹਰਪ੍ਰੀਤ ਢਿੱਲੋਂ ਸਾਹਿਬ, ਕਾਫੀ ਸਾਰੀ ਜਾਣਕਾਰੀ ਦੇ ਗਏ। ਚਾਹੁੰਦੇ ਹਨ ਕਿਸੇ ਦਾ ਪੈਸਾ ਨਾ ਖਰਾਬ ਹੋਏ, ਕੋਈ ਬੜੀ ਮਿਹਨਤ ਨਾਲ ਬਣਾਇਆ ਹੁੰਦਾ ਆ। ਇਹ ਨਹੀਂ ਸੋਚਣਾ ਵੀ ਆਪਾਂ ਕਿਸੇ ਨੂੰ ਪਾਰਟ ਟਾਈਮ ਮਾੜਾ ਕਹਿੰਦੇ, ਫੁੱਲ ਟਾਈਮ ਮਾੜਾ ਕਹਿੰਦੇ। ਕਈ ਪਾਰਟ ਟਾਈਮ ਬੰਦੇ ਫੁੱਲ ਟਾਈਮ ਨਾਲੋਂ ਵੀ ਵਧੀਆ ਕੰਮ ਕਰਦੇ ਹਨ। ਸੋ ਤੁਸੀਂ ਸੋਚਣਾ, ਤੁਸੀਂ ਪਿਕ ਕਰਨਾ ਵੀ ਕਿਹੜਾ ਤੁਹਾਡੀ ਵੱਧ ਮਦਦ ਕਰ ਸਕਦਾ ਹੋਵੇ। ਨੋ ਡਾਊਟ ਜਿਹੜਾ ਫੁੱਲ ਟਾਈਮ ਕਰਦਾ ਉਹਦੇ ਕੋਲ ਟਾਈਮ ਵੀ ਵੱਧ ਹੁੰਦਾ ਅਤੇ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਵੀ ਕਰ ਸਕਦਾ ਹੈ। ਪਾਰਟ ਟਾਈਮ ਵਾਲੇ ਵੀ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਸਾਡਾ ਕਿਸੇ ਨੂੰ ਪਿਕ ਕਰਨ ਦਾ ਨਹੀਂ ਇੱਥੇ ਹੈਗਾ, ਇਨਫੋਰਮੇਸ਼ਨ ਦੇਣ ਦਾ ਹੈਗਾ। ਤੁਹਾਨੂੰ ਇਨਫੋਰਮੇਸ਼ਨ ਮਿਲੀ ਆ, ਕਿਸ ਤਰ੍ਹਾਂ ਦੀ ਲੱਗੀ, ਕਾਲ ਕਰਕੇ ਦੱਸ ਦੇਣਾ ਜ਼ਰੂਰ। ਮੇਰਾ ਨੰਬਰ 416 455 22 ਢਿੱਲੋਂ ਸਾਹਿਬ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ 416 268 67 13 'ਤੇ ਗੱਲਬਾਤ ਕਰ ਸਕਦੇ। ਇਸ ਮਿਲਦੇ ਹਾਂ ਵੱਖ-ਵੱਖ ਪ੍ਰੋਗਰਾਮ ਵਿੱਚ। ਹੈਵ ਅ ਗੁੱਡ ਡੇ, ਸਟੇ ਸੇਫ। ਸਤਿ ਸ਼੍ਰੀ ਅਕਾਲ।